ਸਾਥੀਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਮਨੀਕ ਸਿੰਘ, ਲੈਕਚਰਰ ਫਿਜ਼ਿਕਸ, ਅਰਨੀਵਾਲਾ ਸ਼ੇਖ ਸੁਭਾਨ। ਬੇਟੇ ਲਾਸਟ ਟਾਈਮ ਜਿਹੜਾ ਆਪਾਂ ਆਰਟੀਕਲ ਕੀਤਾ ਉਹ ਆਰਟੀਕਲ ਆਪਾਂ ਕੀਤਾ ਸੀਗਾ ਰਜਿਸਟਿਵਿਟੀ। ਠੀਕ ਹੈ ਜੀ, ਰਜਿਸਟਿਵਿਟੀ ਦਾ ਰਿਲੇਸ਼ਨ ਆਪਾਂ ਕੀਤਾ ਸੀ ਕੰਡਕਟਰ, ਸੈਮੀ ਕੰਡਕਟਰ ਅਤੇ ਇੰਸੂਲੇਟਰ ਦਾ ਟੈਂਪਰੇਚਰ ਵੇਰੀਏਸ਼ਨ ਹੈ ਜਿਹੜਾ, ਉਹਦੇ ਬਾਰੇ ਆਪਾਂ ਡਿਸਕਸ ਕੀਤਾ ਸੀ। ਆਪਾਂ ਇਹ ਗੱਲ ਕਹੀ ਸੀ ਜਿਹੜਾ ਰਜਿਸਟਿਵਿਟੀ ਹੈ ਉਹ ਦੋ ਫੈਕਟਰ ਦੇ ਉੱਪਰ ਡਿਪੈਂਡ ਕਰਦੀ ਹੈ, ਇੱਕ n ਨੰਬਰ ਆਫ ਇਲੈਕਟ੍ਰੋਨ ਪਰ ਯੂਨਿਟ ਵੋਲੀਅਮ ਅਤੇ ਇੱਕ ਐਵਰੇਜ ਰਿਲੈਕਸੇਸ਼ਨ ਟਾਈਮ। ਠੀਕ ਹੈ ਜੀ, ਉਹਨਾਂ ਦੇ ਵਾਸਤੇ ਆਪਾਂ ਜਿਹੜਾ ਆਰਟੀਕਲ ਹੈ ਜਿਹੜਾ ਉਹ ਡਰਾਈਵ ਕੀਤਾ ਸੀ। ਉਸ ਤੋਂ ਬਾਅਦ ਸੋਲਵ ਕਰਨ ਤੋਂ ਬਾਅਦ ਆਹ ਰਿਲੇਸ਼ਨ 'ਤੇ ਅਸੀਂ ਪਹੁੰਚੇ ਸੀ। ਠੀਕ ਹੈ ਜੀ, ਨੈਕਸਟ ਜਿਹੜਾ ਟੌਪਿਕ ਅਸੀਂ ਕਰਨਾ ਚਾਹੁੰਦੇ ਹਾਂ ਬੇਟੇ, ਉਹ ਆਪਣੇ ਕੋਲ ਕੀ ਹੈ, ਉਹ ਆਪਣੇ ਕੋਲ ਟੌਪਿਕ ਹੈਗਾ ਐਲੋਏ ਦਾ। ਐਲੋਏ, ਸੋ ਅੱਜ ਦਾ ਜਿਹੜਾ ਟੌਪਿਕ ਆਪਾਂ ਡਿਸਕਸ ਕਰਾਂਗੇ ਬੇਟੇ ਉਹ ਆਪਣੇ ਕੋਲ ਕੀ ਹੈ, ਐਲੋਏ ਬਾਰੇ ਹੈ ਜਿਹੜਾ ਆਪਾਂ ਡਿਸਕਸ ਕਰਨਾ। ਹਾਂਜੀ, ਐਲੋਏ ਲਓ ਬੇਟੇ ਆਪਾਂ ਡਿਸਕਸ ਕਰਦੇ ਹਾਂ ਵਾਟ ਇਜ਼ ਐਲੋਏ। ਇਹ ਆਪਣੇ ਕੋਲ ਕੀ ਹੈ ਬੇਟੇ, ਇਟ ਇਜ਼ ਦੀ ਮਿਕਸਚਰ ਆਫ two or more than two elements। ठीक है जी, one of them should be a metal, ਇਹਦਾ ਮਤਲਬ ਨੌਨ ਮੈਟਲ ਵੀ ਹੈ ਜਿਹੜਾ ਉਹ ਕੰਬਾਈਨ ਕੀਤਾ ਜਾ ਸਕਦਾ। ਠੀਕ ਹੈ ਜੀ, ਆਪਾਂ ਸਧਾਰਨ ਸ਼ਬਦਾਂ ਦੇ ਵਿੱਚ ਗੱਲ ਕਰੀਏ ਵੀ ਇੱਕ ਅਲੋਏ ਆਪਣੇ ਕੋਲ ਕੀ ਹੁੰਦਾ, ਇਹਦੇ ਵਿੱਚ ਕੀ ਹੈ, ਇੱਕ ਬੇਸ ਮੈਟਲ ਹੁੰਦਾ ਅਤੇ ਇੱਕ ਆਪਣੇ ਕੋਲ ਕੀ ਹੈ, ਇੰਪਿਓਰਿਟੀ ਹੁੰਦੀ ਹੈ ਟਰੇਸ ਅਮਾਊਂਟ ਦੇ ਵਿੱਚ। ਠੀਕ ਹੈ ਜੀ, ਬੇਸ ਮੈਟਲ ਕੀ ਹੈ, ਇਹ ਆਪਣੇ ਕੋਲ ਕੀ ਹੈ ਬੇਟੇ 97 to 98% ਹੈ ਜਿਹੜਾ, ਇਹ ਆਪਣੇ ਕੋਲ ਬੇਸ ਮੈਟਲ ਹੁੰਦਾ। ਜਿਹੜੀ 2% ਹੈ ਉਹ ਆਪਣੇ ਕੋਲ ਵਿੱਚ ਕੀ ਹੈ, ਇੰਪਿਓਰਿਟੀ ਜਾਂ ਟਰੇਸਰ ਹੈ ਜਿਹੜਾ ਉਹ ਐਡ ਕੀਤਾ ਜਾਂਦਾ ਟੂ ਗਿਵ ਦੀ ਸਟਰੈਂਥ ਟੂ ਦੀ ਮੈਟਲ। ਠੀਕ ਹੈ ਜੀ, ਜਾਂ ਉਹਦੇ ਕੁਛ ਕਰੈਕਟਰਿਸਟਿਕਸ ਚੇਂਜ ਕਰਨ ਦੇ ਲਈ ਜਿਹੜਾ ਅਸੀਂ ਇਹ ਯੂਜ਼ ਕਰਦੇ ਹਾਂ। ਠੀਕ ਹੈ ਜੀ, ਆਪਣੇ ਕੇਸ ਦੇ ਵਿੱਚ ਜੇ ਆਪਾਂ ਦੇਖੀਏ, ਆਪਾਂ ਇੱਕ ਗ੍ਰਾਫ ਬਣਾਇਆ ਸੀਗਾ ਟੈਂਪਰੇਚਰ ਅਤੇ ਰਜਿਸਟਿਵਿਟੀ ਦੇ ਕੇਸ ਦੇ ਵਿੱਚ। ਠੀਕ ਹੈ ਜੀ, ਉਹ ਗ੍ਰਾਫ ਆਪਣੇ ਕੋਲ ਕਿਸ ਤਰ੍ਹਾਂ ਦਾ ਬਣਿਆ ਸੀਗਾ, ਉਸ ਗ੍ਰਾਫ ਦੇ ਵਿੱਚ ਅਸੀਂ ਜੇਕਰ ਮੈਟਲ ਕੰਡਕਟਰ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦਾ ਜਿਹੜਾ ਆਪਣੇ ਕੋਲ ਬਣਿਆ ਸੀਗਾ। ਠੀਕ ਹੈ ਜੀ, ਜਿੱਥੇ ਅਸੀਂ ਆਪਣੇ ਕੋਲ ਕੀ ਕੀਤਾ ਸੀ, ਆਪਾਂ ਟੈਂਜੈਂਟ ਡਰॉ ਕੀਤੀ ਸੀ ਤਾਂ ਆਹ ਐਂਗਲ ਹੈ ਜਿਹੜਾ ਸਾਡੇ ਕੋਲ ਥੀਟਾ ਆਇਆ ਸੀਗਾ। ਠੀਕ ਹੈ ਜੀ, ਜਿਹਦੀ ਵੈਲਿਊ ਆਪਾਂ ਕੀ ਕੈਲਕੂਲੇਟ ਕੀਤੀ ਸੀ, ਆਪਾਂ ਕਿਹਾ ਸੀ ਜਿਹੜਾ ਰੋ ਹੈ, ਠੀਕ ਹੈ ਜੀ, ਉਹਦਾ ਅਸੀਂ ਆਹ ਰਿਲੇਸ਼ਨ ਕੱਢਿਆ ਸੀ ਵੀ ਅਲਫਾ ਇਜ਼ ਇਕੁਅਲ ਟੂ 1/ρ d/dt। d/dt ਆਪਣੇ ਕੋਲ ਕੀ ਹੈ, ਸਲੋਪ। ਹੁਣ ਮੈਥਡ ਸਮਝੋ, ਆਪਾਂ ਆਹ ਟਰਮ ਨੂੰ ਛੋਟੇ ਤੋਂ ਛੋਟਾ ਕਰਨਾ ਚਾਹੁੰਦੇ ਹਾਂ। ਆਪਾਂ d/dt ਨੂੰ ਕੀ ਕਰਨਾ ਚਾਹੁੰਦੇ ਹਾਂ, ਸਮੋਲ। ਕਿਉਂ ਸਮੋਲ ਕਰਨਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਅਲਫਾ ਕੀ ਹੋਵੇ, ਸਮੋਲੈਸਟ। ਅਲਫਾ ਆਪਣੇ ਕੋਲ ਕੀ ਹੈ ਬੇਟੇ, ਟੈਂਪਰੇਚਰ ਕੋਐਫੀਸ਼ੀਐਂਟ ਹੈ। ਕਹਿਣ ਦਾ ਮਤਲਬ ਟੈਂਪਰੇਚਰ ਦੇ ਨਾਲ ਚੀਜ਼ ਦੀ ਵੇਰੀਏਸ਼ਨ ਹੈ ਜਿਹੜੀ ਬਹੁਤ ਘੱਟ ਹੋਊਗੀ ਜੇਕਰ ਉਹਦੀ ਅਲਫਾ ਦੀ ਵੈਲਿਊ ਵੈਰੀ ਸਮੋਲ ਹੋਊਗੀ। ਠੀਕ ਹੈ ਜੀ, ਇਸ ਕਰਕੇ ਅਸੀਂ ਕੀ ਕੀਤਾ, ਐਲੋਏਜ਼ ਦੇ ਵਿੱਚ ਸਲੋਪ ਘੱਟ ਕਦੋਂ ਹੋਊਗੀ ਬੇਟੇ, ਧਿਆਨ ਨਾਲ ਦੇਖੋ ਪਹਿਲਾਂ ਇਸ ਗ੍ਰਾਫ ਦੇ ਵਿੱਚ ਸਲੋਪ ਕਦੋਂ ਘੱਟ ਹੋਊਗੀ, ਜੇਕਰ ਆਹ ਐਂਗਲ ਆਪਣੇ ਕੋਲ ਕੀ ਹੋਵੇ, ਛੋਟਾ ਹੋ ਜੇ। ਠੀਕ ਹੈ ਜੀ, ਇਸ ਲਈ ਆਪਾਂ ਇਹ ਕਹੀਏ ਵੀ ਜਿਵੇਂ ਮੰਨ ਲਓ ਇਹ ਐਂਗਲ ਇਸ ਤਰ੍ਹਾਂ ਨਾਲ ਹੋ ਜੇ, ਕਹਿੰਦਾ ਮਤਲਬ ਟੈਂਜੈਂਟ ਇਸ ਪੁਆਇੰਟ 'ਤੇ ਆ ਜਾਏ, ਜਿਹੜੀ ਆਹ ਆਪਣੇ ਕੋਲ ਸਲੋਪ ਜਾ ਰਹੀ ਸੀ ਇੱਥੋਂ ਇਸ ਤਰ੍ਹਾਂ ਨਾਲ ਉੱਪਰ ਜਾ ਰਹੀ ਸੀ, ਇਹ ਆਪਣੇ ਕੋਲ ਕਿਸ ਤਰ੍ਹਾਂ ਨਾਲ ਬਣੇ, ਇਹ ਆਪਣੇ ਕੋਲ ਇਸ ਤਰ੍ਹਾਂ ਨਾਲ ਬਣੇ।
ਠੀਕ ਹੈ ਜੀ। ਇਸ ਕਰੈਕਟਰਿਸਟਿਕ ਨੂੰ ਅਜੀਵ ਕਰਨ ਦੇ ਲਈ, ਇਹਦੀ ਸਲੋਪ ਨੂੰ ਇੱਧਰ ਲੈ ਕੇ ਆਉਣ ਦੇ ਲਈ ਅਸੀਂ ਕਿਹਦਾ ਯੂਜ਼ ਕੀਤਾ, ਅਲੋਏ ਦਾ। ਠੀਕ ਹੈ ਜੀ, ਠੀਕ ਹੈ ਜੀ। ਜਿਵੇਂ ਆਪਾਂ ਨਿਕਰੋਮ, ਠੀਕ ਹੈ ਜੀ, ਈਓਰੇਕਾ, ਮੈਗਨੀਨ, ਕੌਂਸਟੈਂਟਨ, ਇਸ ਤਰ੍ਹਾਂ ਦੇ ਜਿਹੜੇ ਅਸੀਂ ਅਲੋਏ ਹੈ ਜਿਹੜੇ ਉਹ ਅਸੀਂ ਬਣਾਏ ਹੈ, ਜਿਨ੍ਹਾਂ ਵਾਸਤੇ ਅਲਫਾ ਦੀ ਵੈਲਿਊ ਕੀ ਹੈ, ਵੈਰੀ 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 ਸਮੋਲ, ਜਿਵੇਂ ਇਸ ਤਰ੍ਹਾਂ ਨਾਲ 0 1। ਠੀਕ ਹੈ ਜੀ, ਕਿਉਂਕਿ ਜਿਹੜਾ ਅਲਫਾ ਹੈ ਉਹ ਆਪਾਂ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ। ਆ ਆਪਣੇ ਕੋਲ ਰੋ ਹੈ, ਚੇਂਜ ਇਨ ਰੋ ਹੈ, ਤੇ ਆ ਵੀ ਰੋ ਹੈ, ਇਹਨੇ ਕੈਂਸਲ ਕਰ ਦੇਣਾ, ਇਸ ਲਈ ਇਹਦੇ ਯੂਨਿਟ ਕੀ ਆਉਣੇ, ਟੈਂਪਰੇਚਰ ਦੇ ਹੀ ਆਉਣੇ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਵਾਈ ਵੀ ਆਰ ਯੂਜ਼ਿੰਗ ਅਲੋਇਜ਼। ਅਲੋਏ ਅਸੀਂ ਤਾਂ ਯੂਜ਼ ਕਰ ਰਹੇ ਹਾਂ ਤਾਂ ਕਿ ਅਸੀਂ ਸਲੋਪ ਨੂੰ ਕੀ ਕਰ ਦਈਏ, ਛੋਟੇ ਤੋਂ ਛੋਟਾ ਕਰ ਦਈਏ, ਅਤੇ ਉਹਦੇ ਨਾਲ ਆਪਣੇ ਕੋਲ ਅਲਫਾ ਦੀ ਵੈਲਿਊ ਕੀ ਹੋ ਜਾਏ, ਸਮੋਲ ਹੋ ਜਾਏ। ਕਿਉਂਕਿ ਅਲਫਾ ਦੀ ਵੈਲਿਊ ਜਿੰਨੀ ਸਮੋਲ ਹੋਊਗੀ ਉਹਨਾਂ ਆਪਣੇ ਕੋਲ ਕੀ ਹੈ, ਟੈਂਪਰੇਚਰ ਦੇ ਨਾਲ ਹੈ ਜਿਹੜੀ ਰਜਿਸਟਿਵਿਟੀ ਦੀ ਜਿਹੜੀ ਵੇਰੀਏਸ਼ਨ ਹੈ ਉਹ ਆਪਣੇ ਕੋਲ ਕੀ ਹੋ ਜਾਊਗੀ, ਬਹੁਤ ਜ਼ਿਆਦਾ ਘੱਟ ਹੋ ਜਾਏਗੀ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਜੀ। ਇਸ ਚੀਜ਼ ਨੂੰ ਕਰਨ ਦੇ ਲਈ ਆਪਾਂ ਕੀ ਕੀਤਾ, ਜਿਵੇਂ ਨਿਕਰੋਮ ਦੀ ਆਪਾਂ ਗੱਲ ਕੀਤੀ ਹੈ, ਨਿਕਲ ਪਲੱਸ ਕ੍ਰੋਮੀਅਮ ਦਾ ਇੱਕ ਅਲੋਏ ਬਣਾਇਆ। ਠੀਕ ਹੈ ਜੀ, ਉਹਦਾ ਆਪਾਂ ਜੇ ਗ੍ਰਾਫ ਵੇਖੀਏ, ਜਿਹੜਾ ਆਪਾਂ ਹੁਣੇ ਵੈਸੇ ਆਪਾਂ ਡਿਸਕਸ ਕੀਤਾ ਸੀ। ਠੀਕ ਹੈ ਜੀ, ਜਿਹੜਾ ਗ੍ਰਾਫ ਆਪਣੇ ਕੋਲ ਇਸ ਕੇਸ ਦੇ ਵਿੱਚ ਬਣਿਆ ਉਹ ਇਸ ਤਰ੍ਹਾਂ ਦਾ ਗ੍ਰਾਫ ਆਪਣੇ ਕੋਲ ਆ ਰਿਹਾ। ਠੀਕ ਹੈ ਜੀ, ਇਹ ਕਿਹਦਾ ਗ੍ਰਾਫ ਹੈ? ਇਹ ਹੈਗਾ ਅਲੋਏ, ਕਿਹੜਾ ਅਲੋਏ? ਨਿਕਰੋਮ, ਨਿਕਲ ਪਲੱਸ ਕ੍ਰੋਮੀਅਮ। ਠੀਕ ਹੈ ਜੀ, ਇਹਦੇ ਵਿੱਚ ਜਿਹੜਾ ਪੁਆਇੰਟ ਨੋਟ ਕਰਨ ਵਾਲਾ ਹੈ ਬੇਟੇ, ਦੇਖੋ ਇਹਦੀ ਸਲੋਪ ਹੈ ਜਿਹੜੀ ਆਪਣੇ ਕੋਲ ਕੀ ਹੋਗੀ, ਬਹੁਤ ਜ਼ਿਆਦਾ ਘੱਟ ਗਈ। ਜੇ ਅਸੀਂ ਕਿਸੇ ਵੀ ਪੁਆਇੰਟ ਦੇ ਉੱਪਰ ਜੇ ਅਸੀਂ ਟੈਂਜੈਂਟ ਡਰਾਅ ਕਰਦੇ ਹਾਂ, ਠੀਕ ਹੈ ਜੀ, ਤਾਂ ਉਹ ਵੈਲਿਊ ਜਿਹੜੀ ਆਪਣੇ ਕੋਲ ਕੀ ਹੈ ਗ੍ਰਾਫ ਦੇ ਵਿੱਚ ਅਸੀਂ ਸ਼ੋਅ ਕਰਦੇ ਹਾਂ, ਤਾਂ ਉਹ ਵੈਲਿਊ ਆਪਣੇ ਕੋਲ ਕੀ ਹੋਊਗੀ, ਜਿਹੜੀ ਇੱਥੇ ਆਪਣੇ ਕੋਲ ਥੀਟਾ ਦੀ ਵੈਲਿਊ ਹੋਊਗੀ, ਜਿਹੜੀ ਆਪਾਂ ਇੱਥੇ ਬਣਾਵਾਂਗੇ। ਠੀਕ ਹੈ ਜੀ, ਉਹ ਥੀਟਾ ਦੀ ਵੈਲਿਊ ਆਪਣੇ ਕੋਲ ਮੰਨ ਲਓ ਇਸ ਪੁਆਇੰਟ ਦੇ ਉੱਪਰ ਆਪਾਂ ਟੱਚ ਕਰਾਇਆ, ਤਾਂ ਥੀਟਾ ਦੀ ਵੈਲਿਊ ਆਪਣੇ ਕੋਲ ਕੀ ਹੋਊਗੀ, ਸਮੋਲ ਹੋਊਗੀ। ਥੀਟਾ ਦੀ ਵੈਲਿਊ ਸਲੋਪ ਰਿਪਰਜੈਂਟ ਕਰਦਾ ਟੈਨ ਥੀਟਾ। ਠੀਕ ਹੈ ਜੀ, ਕਿਉਂਕਿ ਕਿਸੇ ਵੀ ਪੁਆਇੰਟ ਦੇ ਉੱਪਰ ਜੇ ਸਲੋਪ ਕੈਲਕੂਲੇਟ ਕਰਨਾ ਹੈ ਤਾਂ ਅਸੀਂ ਉਸ ਪੁਆਇੰਟ ਤੋਂ ਕੀ ਕਰਦੇ ਹਾਂ, ਦੋ ਪਰਪੈਂਡੀਕੂਲਰ ਡਰਾ ਕਰਦੇ ਹਾਂ ਇਸ ਤਰ੍ਹਾਂ ਨਾਲ। ਇਸ ਪੁਆਇੰਟ ਨੂੰ ਅਸੀਂ ਅੱਗੇ ਐਕਸਟੈਂਡ ਕਰੀਏ ਤਾਂ ਜਿਹੜਾ ਇਹਦੇ ਪੈਰਲਰ ਲਾਈਨ ਹੈ, ਇਹ ਜਿਹੜਾ ਇਹਦੇ ਨਾਲ ਆਪਣੇ ਕੋਲ ਐਂਗਲ ਬਣਾ ਰਹੀ ਹੈ ਇਹ ਲਾਈਨ, ਆਪਾਂ ਬੇਟੇ ਨੂੰ ਥੋੜ੍ਹਾ ਜਿਹਾ ਇੱਕ ਵਾਰੀ ਸਾਫ ਸੁਥਰਾ ਜਿਹਾ ਬਣਾਈਏ। ਠੀਕ ਹੈ ਜੀ, ਜੇ ਮੰਨ ਲਓ ਇਹਨੂੰ ਆਪਾਂ ਥੋੜ੍ਹਾ ਜਿਹਾ ਕਾਵਡ ਬਣਾ ਦਿੰਦੇ ਹਾਂ। ਲਓ ਬੇਟੇ, ਇਹ ਆਪਣੇ ਕੋਲ ਇਹਦੀ ਸਲੋਪ ਹੈ ਘੱਟ ਗਈ। ਮੰਨ ਲਓ ਹੁਣ ਅਸੀਂ ਇਸ ਪੁਆਇੰਟ ਦੇ ਉੱਪਰ ਹੈ ਜਿਹੜੀ ਉਹ ਵੈਲਿਊ ਕੈਲਕੂਲੇਟ ਕਰਨਾ ਚਾਹੁੰਦੇ ਹਾਂ ਸਲੋਪ ਦੀ, ਤਾਂ ਕਿਸ ਤਰ੍ਹਾਂ ਨਾਲ ਕੈਲਕੂਲੇਟ ਹੋਊਗੀ? ਉਸ ਪੁਆਇੰਟ ਦੇ ਉੱਪਰੋਂ ਆਪਾਂ ਕੀ ਕਰਦੇ ਹਾਂ, ਦੋ ਪਰਪੈਂਡੀਕੂਲਰ ਡਰਾ ਕਰਦੇ ਹਾਂ। ਆਹ ਐਂਗਲ ਹੈ, ਜਿਵੇਂ ਮੰਨ ਲਓ ਆਪਾਂ ਟੈਂਜੈਂਟ ਡਰਾ ਕੀਤੀ ਹੈ, ਤਾਂ ਉਹ ਟੈਂਜੈਂਟ ਹੈ ਜਿਹੜੀ ਆਪਣੇ ਕੋਲ ਇਸ ਤਰ੍ਹਾਂ ਨਾਲ ਜਾਏਗੀ ਇੱਥੇ। ਠੀਕ ਹੈ ਜੀ, ਆਹ ਐਂਗਲ ਆਪਣੇ ਕੋਲ ਕੀ ਹੈ, ਥੀਟਾ ਟੈਂਜੈਂਟ। ਠੀਕ ਹੈ ਜੀ, ਜਿਹੜੀ ਅਸੀਂ ਐਂਗਲ ਦੇ ਸਾਹਮਣੇ ਆਪਣੇ ਕੋਲ ਕੀ ਹੈ, ਪਰਪੈਂਡੀਕੂਲਰ ਹੈ, ਆਪਣੇ ਕੋਲ ਬੇਸ ਹੈ, ਆਪਣੇ ਕੋਲ ਹਾਈਪੋਟੀਨਿਊਜ਼ ਹੈ। ਟੈਨ ਥੀਟਾ ਜਿਹੜਾ ਅਸੀਂ ਕੈਲਕੂਲੇਟ ਕਰਦੇ ਹਾਂ ਆਪਣੇ ਕੋਲ ਕੀ ਹੁੰਦਾ, ਪਰਪੈਂਡੀਕੂਲਰ ਬਾਏ ਬੇਸ। ਠੀਕ ਹੈ ਜੀ, ਜੇ ਇਹਦੇ ਅਕੋਰਡਿੰਗਲੀ ਅਸੀਂ ਦੇਖਦੇ ਹਾਂ ਤਾਂ ਇੱਧਰਲੀ ਸਾਈਡ 'ਤੇ ਆਪਣੇ ਕੋਲ ਟੈਂਪਰੇਚਰ ਸੀ, ਇੱਧਰ ਆਪਣੇ ਕੋਲ ਕੀ ਸੀਗਾ, ਰੋ। ਠੀਕ ਹੈ ਜੀ, ਇਹਦਾ ਮਤਲਬ ਜਿਹੜੀ ਆਹ ਵਾਲੀ ਟਰਮ ਹੈ ਪਰਪੈਂਡੀਕੂਲਰ ਹੈ, ਉਹ ਆਪਣੇ ਕੋਲ ਕਿਹਨੂੰ ਰਿਪਰਜੈਂਟ ਕਰ ਰਹੀ ਹੈ, ਉਹ ਆਪਣੇ ਕੋਲ ਰਿਪਰਜੈਂਟ ਕਰ ਰਹੀ ਹੈ ਡੈਂਸਿਟੀ ਨੂੰ, ਚੇਂਜ ਇਨ ਡੈਂਸਿਟੀ। ਕਹਿਣ ਦਾ ਮਤਲਬ ਇੱਥੋਂ ਤੱਕ ਮੰਨ ਲਓ ਡੈਂਸਿਟੀ ਆਪਣੇ ਕੋਲ ਰੋ ਫਾਈਨਲ ਹੈ। ਠੀਕ ਹੈ ਜੀ, ਆਹ ਡੈਂਸਿਟੀ ਆਪਣੇ ਕੋਲ ਕਿੰਨੀ ਸੀਗੀ ਇਸ ਪੁਆਇੰਟ ਦੇ ਉੱਪਰ, ਰੋ ਇਨੀਸ਼ੀਅਲ ਸੀ, ਤਾਂ ਦੋਵਾਂ ਦਾ ਡਿਫਰੈਂਸ ਹੈ ਆਪਣੇ ਕੋਲ, ਉਹ ਆਪਣੇ ਕੋਲ ਕੀ ਹੋ ਗਿਆ, ਡੀ ਰੋ।
ਉਸੇ ਤਰ੍ਹਾਂ ਨਾਲ ਜੇਕਰ ਅਸੀਂ ਠੀਕ ਹੈ ਜੀ ਆਹ 2 ਪੁਆਇੰਟ ਲਏ ਹੈ ਜਿੱਥੇ ਅਸੀਂ ਵੈਲਿਊ ਕੈਲਕੂਲੇਟ ਕੀਤੀ ਹੈ ਟੈਂਪਰੇਚਰ ਦੀ, ਠੀਕ ਹੈ ਜੀ, ਤਾਂ ਉਹ ਆਪਣੇ ਕੋਲ ਕੀ ਹੈ ਦੋਵਾਂ ਪੁਆਇੰਟ ਦੇ ਵਿਚਕਾਰ ਦਾ ਆਪਾਂ ਕੀ ਲਿਆ ਇਸ ਪੁਆਇੰਟ ਦੇ ਉੱਪਰ ਡਿਫਰੈਂਸ ਹੈ ਜਿਹੜਾ ਆਪਾਂ ਲੈ ਲਿਆ। ਇੱਧਰਲੀ ਸਾਈਡ ਤੋਂ ਆਪਾਂ 0 ਤੋਂ ਲੈ ਕੇ ਜੇ ਇਸ ਪੁਆਇੰਟ 'ਤੇ ਕੈਲਕੂਲੇਟ ਕਰੀਏ ਤਾਂ ਇਹਨਾਂ ਦੋਵਾਂ ਦੇ ਵਿਚਕਾਰ ਦਾ ਜਿਹੜਾ ਡਿਫਰੈਂਸ ਹੈ ਉਹ ਲੈ ਸਕਦੇ ਹਾਂ। ਰਜਿਸਟਿਵਿਟੀ ਆਪਣੇ ਕੋਲ ਆਏਗੀ ਉਸ ਕੇਸ 'ਚ। ਕਹਿਣ ਦਾ ਮਤਲਬ ਜਿਹੜੀ ਸਲੋਪ ਹੈ tan θ ਇਜ਼ ਇਕੁਅਲ ਟੂ ਉਹ ਆਪਣੇ ਕੋਲ ਜਦੋਂ ਕੈਲਕੂਲੇਟ ਕਰਾਂਗੇ ਤਾਂ tan θ ਹੈ ਜਿਹੜਾ ਆਪਣੇ ਕੋਲ ਕਿਹਦੇ ਬਰਾਬਰ ਹੋਊਗਾ d rho by dt, d rho by dt, ਠੀਕ ਹੈ ਜੀ। ਟੈਂਜੈਂਟ ਦੀ ਜੇ ਆਪਾਂ ਗੱਲ ਕਰੀਏ ਆਪਾਂ ਨੂੰ ਪਤਾ ਹੈ ਜੇ ਅਸੀਂ ਸਾਈਨ ਦੀ ਗੱਲ ਕਰੀਏ मैं तुहानूं हमेशा एक वैल्यूज़ याद कराउणा 0 1 1 0, ठीक है जी। आ साइन 0 की वैल्यू है, आ साइन 90 की वैल्यू है, आ कॉस 0 की वैल्यू है, कॉस 90 की वैल्यू है, ठीक है जी। टैन अपने कोल की हुंदा बेटे साइन थीटा बटा कॉस थीटा, 0/1 0, 1/0 अपने कोल की इनफाइनाइट। इहदा मतलब इस पॉइंट ते अपने कोल की है ब्रेक है, टेंजेंट की वैल्यू दे विच अपने कोल की है ब्रेक है। इहदा मतलब जदों अपने कोल एंगल है वो अपने कोल की है लैस दैन 90 डिग्री है तो अपने कोले स्लोप की वैल्यू tan थीटे की वैल्यू की है पॉजिटिव, जे अपने कोल ग्रेटर दैन 90 है तो उनकी वैल्यू अपने कोल की आउंदी है इत्थे नैगेटिव आउंदी है, ठीक है जी। इस चीज़ का बैनीफिट लैण दे लई आपां की कीता अलॉयज़ आ जिहड़े बनाए जांदे है ते उन्हां दे विच अपने कोल स्लोप नूं की कर दित्ता जांदा है घट तो घट कर दित्ता जांदा है। जिवें आपां गल कीती सी कॉन्सटेनन मैगनीन यूरेका, ठीक है जी, ये अपने कोल की अलॉयज़ है, ठीक है जी। तो इन्हां दी वरतों आपां काहदे लई करदे हैं फॉर मेकिंग स्टैंडर्ड रजिस्टेंसिस, ठीक है जी। क्वेश्चन आउंदा है वाई कॉन्स्टेंटन यूरेका, ठीक है जी, कॉन्स्टेंटन यूरेका आर यूज्ड for making standard resistances, for making standard resistances। स्टैंडर्ड रजिस्टेंस बनाने के लिए इन्हां दी वैल्यू क्यों की जाती है, तो आप जे एक शब्द दे विच आंसर देना होवे इहदा तो आप कहांगे फॉर दीज अलॉयज़ अल्फा इज़ वेरी वेरी स्मॉल, अल्फा इज़ वेरी वेरी स्मॉल। अल्फा की वैल्यू अपने कोल की है बहुत ज़्यादा, मान लो जिवें आप एग्जांपल लईए, ठीक है जी, पर डिग्री सेंटीग्रेड जिहड़ी अपने कोले आ वैल्यू है अल्फा की वेरी वेरी स्मॉल है। इहदा मतलब की होया भी टैंपरेचर दे वधन दे नाल जिहड़ा अल्फा है उनदी जिहड़ी चेंज है वो वेरी वेरी की है स्मॉल है, जिंदे नाल अपने कोले की है रजिस्टिविटी है जिहड़ी वो टैंपरेचर दे ज़्यादा वधन या घटन दे नाल की करेगी चेंज नहीं होएगी, ठीक है जी, नो चेंज होएगी। ये पॉइंट क्लीयर होया कि नहीं होया? इहदा मतलब जिहड़ा रजिस्टेंस है, ठीक है जी, वो अपने कोलों दी वैल्यू की रहेगी फिक्स रहेगी, वेरी नहीं करेगी वैल्यू। जे वैल्यू वेरी नहीं करेगी तो इहदा मतलब इसनूं असीं की बनाउण लई यूज़ कर सकते हैं स्टैंडर्ड रजिस्टेंस, ठीक है जी। देखो बेटे जिहड़ा रजिस्टेंस है उनका रिलेशन भी तो ही है अपने को आर इज इक्वल टू आर नॉट 1 प्लस अल्फा डेल्टा टी। डेल्टा टी चेंज इन टैंपरेचर है, जो टैंपरेचर अपने को चेंज करे बट अल्फा की वैल्यू अपने को स्मॉल होवे तो दोवां दी जिहड़ी प्रोडक्ट है वह भी अपने को की हो जूगी स्मॉल, प्रोडक्ट की हो जूगी स्मॉल। इसलिए जिहड़ा रजिस्टेंस है उनदे विच ज़्यादा चेंज नहीं आएगी या आलमोस्ट की आएगी नो चेंज। जिंदे विच चेंज नहीं आएगी इट मीनस इनू असीं की यूज़ कर सकते हैं फॉर मेकिंग स्टैंडर्ड रजिस्टेंस, फॉर मेकिंग स्टैंडर्ड रजिस्टेंस, ठीक है जी। कॉन्स्टेंटन मैग्नीन यूरेका आर यूज्ड फॉर मेकिंग द स्टैंडर्ड रजिस्टेंसेस बिकॉज देयर अल्फा इज़ वेरी वेरी स्मॉल, ठीक है जी, देयर अल्फा इज़ वेरी वेरी स्मॉल। ये पॉइंट क्लीयर हो गया कि नहीं हो गया बेटे? जे आपां रेंज की गल करिए अल्फा की फॉर कंडक्टर्स, ठीक है जी, जहाँ आप गल करिए रजिस्टिविटी की,
ਰਜਿਸਟਿਵਿਟੀ ਦੀ ਜੇ ਆਪਾਂ ਗੱਲ ਕਰੀਏ ਵੀ ਜਿਹੜੀ ਰਜਿਸਟਿਵਿਟੀ ਹੈ ਉਹ ਆਪਣੇ ਕੋਲ ਕਿਸ ਤਰ੍ਹਾਂ ਨਾਲ ਚੇਂਜ ਕਰਦੀ ਹੈਗੀ ਹੈ ਫॉर ਕੰਡਕਟਰਸ, ਜਾਂ ਉਹਦੀ ਆਪਣੇ ਕੋਲ ਰੇਂਜ ਕੀ ਹੈ। ਜੇ ਆਪਾਂ ਉਹਦੀ ਗੱਲ ਕਰੀਏ ਤਾਂ ਜਿਹੜੀ ਵੈਲਿਊ ਆਪਣੇ ਕੋਲ ਆਉਂਦੀ ਹੈ ਬੇਟੇ ਫॉर ਕੰਡਕਟਰਸ, ਜਿਹੜੀ ਉਹਦੀ ਰੇਂਜ ਹੈ ਉਹ ਆਪਣੇ ਕੋਲ ਕੀ ਹੈ ਮਾਈਨਸ ਦੇ ਵਿੱਚ ਹੈ। ਜਿਵੇਂ ਮੰਨ ਲਓ 10⁻⁻8, ਠੀਕ ਹੈ ਜੀ। ਜਿਹੜੀ ਰਜਿਸਟਿਵਿਟੀ ਉਹਦੀ ਰੇਂਜ ਆਪਣੇ ਕੋਲ ਕੀ ਹੈ 10⁻⁻6 to 10⁻⁻8। ਹੁਣ ਰਜਿਸਟਿਵਿਟੀ ਦਾ ਯੂਨਿਟ ਆਪਾਂ ਨੂੰ ਪਤਾ ਓਮ ਮੀਟਰ, ਆਪਾਂ ਇਹਨੂੰ ਕੀਤਾ ਸੀਗਾ ਸੋਲਵ। ਰਜਿਸਟਿਵਿਟੀ ਦਾ ਯੂਨਿਟ ਆਪਣੇ ਕੋਲ ਕੀ ਹੈ ਓਮ ਮੀਟਰ। ਇਹਦਾ ਮਤਲਬ ਜਿਹੜੀ ਇਹਦੀ ਸਕੇਲ ਹੈ ਫॉर ਕੰਡਕਟਰਸ ਉਹ 10⁻⁻6 to 10⁻⁻8 ਹੈ ਜਿਹੜੀ ਉਹ ਵੇਰੀ ਕਰਦੀ ਹੈ। ਤੇ ਜੇ ਆਪਾਂ ਗੱਲ ਕਰੀਏ ਅਲਫਾ ਦੀ, ਅਲਫਾ ਦਾ ਆਪਣੇ ਕੋਲ ਯੂਨਿਟ ਕੀ ਹੈ ਪਰ ਡਿਗਰੀ ਸੈਂਟੀਗ੍ਰੇਡ, ਠੀਕ ਹੈ ਜੀ। ਜਿਹੜੀ ਅਲਫਾ ਦੀ ਵੈਲਿਊ ਆਪਣੇ ਕੋਲ ਵੇਰੀ ਕਰਦੀ ਹੈ ਉਹ ਆਪਣੇ ਕੋਲ ਹੈਗੀ ਹੈ 0.00042 0.0043। ਆ ਅਲਫਾ ਦੀ ਵੈਲਿਊ ਹੈ। ਅਲਫਾ ਦੀ ਵੈਲਿਊ ਆਪਣੇ ਕੋਲ ਕੀ ਹੈ ਪੋਜ਼ਿਟਿਵ ਹੈ। ਅਲਫਾ ਦੀ ਵੈਲਿਊ ਕੀ ਹੈ ਪੋਜ਼ਿਟਿਵ ਹੈ। ਫॉर ਸੈਮੀ ਕੰਡਕਟਰ ਜੇ ਅਸੀਂ ਗੱਲ ਕਰੀਏ ਸੈਮੀ ਕੰਡਕਟਰਸ, ਠੀਕ ਹੈ ਜੀ। ਸੈਮੀ ਕੰਡਕਟਰਸ ਦੀ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੀ ਰੇਂਜ ਹੈ ਉਹ ਆਪਣੇ ਕੋਲ ਕਿੰਨੀ ਹੋ ਜਾਂਦੀ ਹੈ, ਉਹ ਹੋ ਜਾਂਦੀ ਹੈ ਆਪਣੇ ਕੋਲ 10⁻⁻52, ਠੀਕ ਹੈ ਜੀ। 10⁻⁻52 ਆਪਣੇ ਕੋਲ ਚਲੀ ਜਾਂਦੀ ਹੈ ਇਹ 10⁻³ ਤੱਕ, ਠੀਕ ਹੈ ਜੀ। 10⁻⁻5 to 10⁻³ ਤੇ ਦੂਸਰੀ ਸਾਈਡ ਤੇ ਜੇ ਆਪਾਂ ਗੱਲ ਕਰੀਏ ਵੈਲਿਊ ਦੀ ਤਾਂ ਇਹਦੀ ਵੈਲਿਊ ਅਲਫਾ ਦੀ ਕੀ ਹੈ ਨੈਗੇਟਿਵ ਹੈ 0.0005 to 0.07। ਜਿਹੜੀ ਆਹ ਵੈਲਿਊ ਹੈ 0.07 ਇਹ ਆਪਣੇ ਕੋਲ ਕਿੰਦੀ ਵੈਲਿਊ ਹੈਗੀ ਸਿਲੀਕੋਨ ਦੀ। ਅਲਫਾ ਦੀ ਵੈਲਿਊ ਕੀ ਹੈ ਨੈਗੇਟਿਵ, ਅਲਫਾ ਦੀ ਵੈਲਿਊ ਆਪਣੇ ਕੋਲ ਕੀ ਹੈ ਨੈਗੇਟਿਵ ਹੈ। ਇਹ ਪੁਆਇੰਟ ਯਾਦ ਰੱਖ ਲੈਣਾ। ਇਨਸੂਲੇਟਰ ਦੀ ਜੇ ਆਪਾਂ ਗੱਲ ਕਰਦੇ ਹਾਂ ਇਨਸੂਲੇਟਰਸ, ਜੇ ਆਪਾਂ ਇਨਸੂਲੇਟਰ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਅਲਫਾ ਦੀ ਵੈਲਿਊ ਹੈ ਉਹਦੇ ਵਾਸਤੇ ਬਹੁਤ ਜ਼ਿਆਦਾ ਹਾਈ ਹੈ 10⁸ to 10⁻16, ਕਿਉਂਕਿ ਇਨਸੂਲੇਟਰ ਦੀ ਰਜਿਸਟਿਵਿਟੀ ਹੈ ਬਹੁਤ ਜ਼ਿਆਦਾ ਹਾਈ ਹੈ, ਠੀਕ ਹੈ ਜੀ। ਤੇ ਉਹਨਾਂ ਦੇ ਵਿੱਚ ਜਿਹੜੀ ਟੈਂਪਰੇਚਰ ਦੇ ਨਾਲ ਕੋਈ ਵੇਰੀਏਸ਼ਨ ਨਹੀਂ ਹੁੰਦੀ, ਇਸ ਕਰਕੇ ਉਹਨਾਂ ਦੇ ਵਿੱਚ ਅਲਫਾ ਦੀ ਵੈਲਿਊ ਆਪਾਂ ਕੋਈ ਨਹੀਂ ਡਿਫਾਈਨ ਕਰਦੇ, ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਐਨ ਦੀ ਵੈਲਿਊ ਵੈਰੀ ਸਮੋਲ ਹੈ। ਜੇ ਟੈਂਪਰੇਚਰ ਬਹੁਤ ਜ਼ਿਆਦਾ ਵੱਧਦਾ ਜਾਂ ਘਟਦਾ ਉਹਦੇ ਨਾਲ ਕੀ ਐਨ ਦੀ ਵੈਲਿਊ ਦੇ ਉੱਪਰ ਕੋਈ ਫਰਕ ਨਹੀਂ ਪੈਂਦਾ। ਜਾਂ ਅਲਫਾ ਦੀ ਵੈਲਿਊ ਹੈ ਜਿਹੜੀ ਅਸੀਂ ਉਹ ਸੈਮੀ ਕੰਡਕਟਰ ਤੇ ਇਨਸੂਲੇਟਰ ਕੰਡਕਟਰ ਦੇ ਕੇਸ 'ਚ ਜਿਹੜੀ ਡਿਫਾਈਨ ਕਰਦੇ ਹਾਂ। ਇਹ ਟੇਬਲ ਹੈ ਜਿਹੜਾ ਆਪਾਂ ਕੀ ਕਰਨਾ ਯਾਦ ਕਰ ਲੈਣਾ ਇਹਦੀ ਰੇਂਜ ਦਾ, ਤੇ ਠੀਕ ਹੈ ਜੀ। ਕਲੀਅਰ ਹੈ ਜੀ। ਲੋ ਹੁਣ ਆਪਾਂ ਦੇਖਦੇ ਹਾਂ ਕਲਰ ਕੋਡਿੰਗ ਆਫ ਕਾਰਬਨ, ठीक है जी। कलर कोडिंग ऑफ कार्बन, कलर कोडिंग ऑफ कार्बन एक मिनट जी आप देखिए बेटे, कलर कोडिंग ऑफ कार्बन बेटे आप शुरू करते हैं। कलर कोडिंग ऑफ कार्बन, कलर कोडिंग ऑफ कार्बन रजिस्टर, ठीक है जी। ਜਿਹੜੇ ਰੈਜ਼ਿਸਟੈਂਸਿਸ ਹੈ ਜਿਹੜੇ ਅਸੀਂ ਬਣਾਉਣੇ ਹੈ ਉਹ ਬੇਸਿਕਲੀ ਆਪਣੇ ਕੋਲ ਕੀ ਹੈ ਦੋ ਤਰ੍ਹਾਂ ਦੇ ਹੁੰਦੇ। देयर आर टू टाइप ऑफ दी कमर्शियली यूज्ड रजिस्टेंसिस, ठीक है जी। ਜਿਹੜੇ ਅਸੀਂ ਘਰਾਂ ਦੇ ਵਿੱਚ ਆਮ ਤੌਰ ਤੇ ਯੂਜ਼ ਕਰਦੇ ਹਾਂ ਕਮਰਸ਼ੀਅਲੀ ਯੂਜ਼ਡ ਜਿਹੜੇ ਆਪਣੇ ਕੋਲੇ ਰੈਜ਼ਿਸਟੈਂਸਿਸ ਹੈ ਉਹ ਦੋ ਤਰ੍ਹਾਂ ਦੇ ਹੈ ਬੇਟੇ ਆਪਣੇ ਕੋਲੇ, ਠੀਕ ਹੈ ਜੀ। ਕਿਹੜੇ ਕਿਹੜੇ ਹੈ? ਇੱਕ ਤਾਂ ਆਪਣੇ ਕੋਲ ਹੈਗੇ ਹੈ ਵਾਇਰ ਬਾਉਂਡ ਤੇ ਇੱਕ ਕਾਰਬਨ। ਵਾਇਰ ਬਾਉਂਡਡ ਰੈਜ਼ਿਸਟੈਂਸਿਸ, ਸੈਕਿੰਡ ਆਪਣੇ ਕੋਲ ਕੀ ਹੈ कार्बन रजिस्टेंसिस,
ਵਾਇਰ ਬਾਉਂਡ ਦਾ ਮਤਲਬ ਜਿੱਥੇ ਅਸੀਂ ਵਾਇਰਸ ਯੂਜ਼ ਕਰਦੇ ਹਾਂ, ਠੀਕ ਹੈ ਜੀ, ਜਿਵੇਂ ਸਟੈਂਡਰਡ ਰੈਜ਼ਿਸਟੈਂਸਿਸ ਲੈਬ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ ਜੀ। ਉੱਥੇ ਅਸੀਂ ਕੀ ਯੂਜ਼ ਕਰਦੇ ਹਾਂ, ਵਾਇਰਸ ਯੂਜ਼ ਕਰਦੇ ਹਾਂ, ਕੌਂਸਟੈਂਨਨ, ਮੈਗਨੀਨ ਤੇ ਯੂਰੇਕਾ ਵਗੈਰਾ ਦੀਆਂ, ਉਹ ਵਾਇਰ ਬਾਉਂਡ ਰੈਜ਼ਿਸਟੈਂਸਿਸ ਹੁੰਦੇ ਆ, ਠੀਕ ਹੈ ਜੀ। ਜਿਵੇਂ ਆਪਣੇ ਕੋਲ ਕੀ ਹੈ, ਲੈਬ ਦੇ ਵਿੱਚ ਆਪਾਂ ਡਿਫਰੈਂਟ ਟਾਈਪ ਦੇ ਜਿਹੜੇ ਰੈਜ਼ਿਸਟੈਂਸਿਸ ਹੈ ਉਹ ਯੂਜ਼ ਕਰਦੇ ਹਾਂ। ਇਸ ਤਰ੍ਹਾਂ ਦਾ ਇੱਕ ਡਿਵਾਈਸ ਹੁੰਦਾ ਜਿਹਦੇ ਵਿੱਚ ਆਪਣੇ ਕੋਲ ਕੀ ਲੱਗੀਆਂ ਹੁੰਦੀਆਂ, ਕੀਜ਼ ਲੱਗੀਆਂ ਹੁੰਦੀਆਂ, ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਰੈਜ਼ਿਸਟੈਂਸ ਬਾਕਸ। ਰੈਜ਼ਿਸਟੈਂਸ ਬਾਕਸ ਉਹਦੇ ਅੰਦਰਲੇ ਪਾਸੇ ਆਪਣੇ ਕੋਲ ਕੀ ਲੱਗੀ ਹੁੰਦੀ ਬੇਟੇ, ਇਸ ਤਰ੍ਹਾਂ ਨਾਲ ਵਾਇਰ ਲੱਗੀ ਹੁੰਦੀ ਹੈ, ਠੀਕ ਹੈ ਜੀ। ਜਾਂ ਆਪਾਂ ਯੂਜ਼ ਕਰਦੇ ਹਾਂ ਰਿਓਸਟੈਟ। ਰਿਓਸਟੈਟ ਦੇ ਵਿੱਚ ਵੀ ਆਪਣੇ ਕੋਲ ਕੀ ਹੈ ਬੇਟੇ, ਇਸ ਤਰ੍ਹਾਂ ਦਾ ਗੋਲ ਗੋਲ ਜਿਹਾ ਆਪਣੇ ਕੋਲ ਬਣਿਆ ਹੁੰਦਾ, ਜਿਹਦੇ ਉੱਪਰ ਆਪਣੇ ਕੋਲ ਕੀ ਕੀਤੀ ਹੁੰਦੀ, ਵਾਇਰ ਹੈ ਜਿਹੜੀ ਲਪੇਟੀ ਹੁੰਦੀ ਹੈ, ਤੇ ਦੋ ਟਰਮੀਨਲ ਦੇ ਉੱਪਰ ਉਹਨੂੰ ਬੰਨਿਆ ਹੁੰਦਾ। ਉੱਪਰ ਆਪਣੇ ਕੋਲ ਇੱਕ ਸਲਾਈਡਰ ਹੁੰਦਾ ਜਿਹਨੂੰ ਅਸੀਂ ਮੂਵ ਕਰਕੇ ਜਿਹੜਾ ਰੈਜ਼ਿਸਟੈਂਸ ਦੀ ਵੈਲਿਊ ਨੂੰ ਵਧਾ ਜਾਂ ਘਟਾ ਸਕਦੇ ਹਾਂ। ਇਹਦਾ ਮਤਲਬ ਜਿਹੜੇ ਵਾਇਰ ਬਾਉਂਡ ਰੈਜ਼ਿਸਟੈਂਸਿਸ ਹੈ ਦੇ ਆਰ ਯੂਜ਼ਡ ਇਨ ਦੀ ਲੈਬੋਰਟਰੀਜ਼, ਠੀਕ ਹੈ। ਜਿਵੇਂ ਰੈਜ਼ਿਸਟੈਂਸ ਬਾਕਸ ਦੀ ਐਗਜ਼ਾਮਪਲ ਦੇਤੀ ਜਾਂ ਤੁਹਾਨੂੰ ਰਿਓਸਟੈਟ ਦੀ ਐਗਜ਼ਾਮਪਲ ਦੇਤੀ। ਜਿਹੜੇ ਕਾਰਬਨ ਰੈਜ਼ਿਸਟੈਂਸਿਸ ਹੈ ਦੇ ਆਰ ਮੇਡ ਅਪ ਆਫ ਕਾਰਬਨ, ਦੀਜ਼ ਆਰ ਵੈਰੀ ਵੈਰੀ ਚੀਪ, ਠੀਕ ਹੈ ਜੀ। ਚੀਪ ਦਾ ਮਤਲਬ ਕੀ ਹੈ, ਲੈਸ ਕੋਸਟਲੀ, ਇਹ ਜ਼ਿਆਦਾ ਆਪਣੇ ਕੋਲ ਮਹਿੰਗੇ ਨਹੀਂ ਹੁੰਦੇ। ਸੋ ਅੱਜ ਆਪਾਂ ਕੀ ਕਰਨਾ ਹੈ, ਇਹਨਾਂ ਦੀ ਕਲਰ ਕੋਡਿੰਗ ਬਾਰੇ ਡਿਸਕਸ ਕਰਨਾ। ਕਲਰ ਕੋਡਿੰਗ ਦੇ ਵਿੱਚ ਆਪਣੇ ਕੋਲ ਕੀ ਹੈ ਬੇਟੇ, ਇੱਕ ਆਪਣੇ ਕੋਲ ਕਾਰਬਨ ਰਜਿਸਟਰ ਹੁੰਦਾ ਤੇ ਉਹਦੇ ਉੱਪਰ ਆਪਣੇ ਕੋਲ ਕੀ ਬਣੀਆਂ ਹੁੰਦੀਆਂ, ਰਿੰਗਸ ਬਣੀਆਂ ਹੁੰਦੀਆਂ। ਦੇਖੋ ਇੱਕ ਆਪਣੇ ਕੋਲ ਕੀ ਹੈ, ਕਾਰਬਨ ਰਜਿਸਟਰ ਹੈ, ਇਸ ਤਰ੍ਹਾਂ ਦੀ ਇਹਦੀ ਸ਼ੇਪ ਹੁੰਦੀ ਹੈ, ਇਸ ਤਰ੍ਹਾਂ ਨਾਲ ਇੱਧਰੋਂ, ਠੀਕ ਹੈ ਜੀ। ਇਹਦੇ ਉੱਪਰ ਆਪਣੇ ਕੋਲ ਕੀ ਬਣੀਆਂ ਹੁੰਦੀਆਂ, ਇਸ ਤਰ੍ਹਾਂ ਨਾਲ ਰਿੰਗਸ ਬਣੀਆਂ ਹੁੰਦੀਆਂ, ਤਿੰਨ ਰਿੰਗਸ ਇਕੱਠੀਆਂ ਹੁੰਦੀਆਂ, ਇੱਕ ਰਿੰਗ ਆਪਣੇ ਕੋਲ ਦੂਰ ਹੁੰਦੀ ਹੈ। ਜਿਵੇਂ ਆਪਾਂ ਇਹਨੂੰ ਨਾਂ ਦੇ ਦਈਏ ਰਿੰਗ ਫਸਟ, ਰਿੰਗ ਸੈਕਿੰਡ, ਰਿੰਗ ਥਰਡ ਤੇ ਰਿੰਗ ਫੋਰਥ, ਠੀਕ ਹੈ ਜੀ। 4 ਰਿੰਗ ਬਣੀਆਂ ਹੁੰਦੀਆਂ, ਉਹ ਰਿੰਗ ਦੇ ਅਲੱਗ-ਅਲੱਗ ਕੀ ਹੁੰਦੇ, ਆਪਣੇ ਕੋਲ ਕਲਰ ਹੁੰਦੇ ਆ, ਠੀਕ ਹੈ ਜੀ। ਕੋਡ ਹੈ ਜਿਹੜਾ ਉਹ ਕਲਰ ਦੀ ਫਾਰਮ ਦੇ ਵਿੱਚ ਆਪਣੇ ਕੋਲ ਦਿੱਤਾ ਹੁੰਦਾ, ਜਿੱਥੋਂ ਸਾਨੂੰ ਰੈਜ਼ਿਸਟੈਂਸ ਦਾ ਪਤਾ ਲੱਗਦਾ, ਠੀਕ ਹੈ ਜੀ। ਉਸ ਕਲਰ ਦੇ ਵਾਸਤੇ ਆਪਾਂ ਨੂੰ ਇੱਕ ਜਿਹੜਾ ਉਹ ਟ੍ਰਿਕ ਯਾਦ ਕਰਨੀ ਪਊਗੀ। ਬੀ ਰॉय, ग्रेट ब्रिटेन, ठीक है जी। बी रॉय, ग्रेट ब्रिटेन, वेरी गुड वाइफ, wearing gold silver ornaments। ਇਹ ਜਿਹੜਾ ਸ਼ਬਦ ਆਪਾਂ ਨੂੰ ਯਾਦ ਰੱਖਣਾ ਪਊਗਾ। ਇਹਦੇ ਵਿੱਚ ਕੀ ਕੀਤਾ, ਆਪਾਂ ਗੱਲ ਕੀਤੀ ਹੈ ਇੱਕ ਬੀ ਰॉय ਨਾਂ ਦੀ ਇੱਕ ਲੇਡੀ ਹੈ, ਠੀਕ ਹੈ ਜੀ। ਅਲੱਗ ਬੁੱਕ ਦੇ ਵਿੱਚ ਕਿਸੇ 'ਚ ਜੈਂਟਸ ਦਾ ਮੈਂ ਜਿਹੜਾ ਕਰ ਰਿਹਾ ਉਹਦੇ ਵਿੱਚ ਕਿ ਬੀ ਰॉय ਇਜ਼ ਏ ਗ੍ਰੇਟ ਬ੍ਰਿਟੇਨ। ਬੀ ਰॉय ਇੱਕ ਲੇਡੀ ਹੈ, ਉਹ ਕਿੱਥੋਂ ਦੀ ਰਹਿਣ ਵਾਲੀ ਹੈ, ਬ੍ਰਿਟੇਨ ਦੀ ਰਹਿਣ ਵਾਲੀ ਹੈ। ਉਹ ਬਹੁਤ ਚੰਗੀ ਹੈ ਜਿਹੜੀ ਉਹ ਵਾਈਫ ਹੈ। ਵੀਅਰਿੰਗ ਗੋਲਡ ਸਿਲਵਰ ਔਰਨਾਮੈਂਟਸ, ਠੀਕ ਹੈ ਜੀ। ਬੀ ਰॉय, ਬੀ ਇਹਦਾ ਚੱਕ ਲੈਣਾ ਕਲਰ ਕੋਡਿੰਗ ਵਾਸਤੇ, ਬੀ ਇਹ ਚੱਕ ਲੈਣਾ ਹੈ, ਆਰ ਆਪਣੇ ਕੋਲ, ਠੀਕ ਹੈ ਜੀ। ਇਹਦੇ ਵਿੱਚ ਆਪਾਂ ਕੀ ਕਰਨਾ ਹੈ, ਬੀ ਚੱਕ ਲਿਆ, ਬੀ ਚੱਕ ਲਿਆ, ਆਰ ਓ ਵਾਈ, ਠੀਕ ਹੈ ਜੀ। ग्रेट ब्रिटेन जी ਚੱਕ ਲਿਆ, ਠੀਕ ਹੈ ਜੀ। ਬੀ ਚੱਕ ਲਿਆ, ਵੀ ਚੱਕ ਲਿਆ, ਵੈਰੀ ਗੁੱਡ ਜੀ ਵਾਈਫ, ਇਹ ਵੀ ਰਿੰਗ ਨਹੀਂ ਆਪਣੇ ਕੋਲ, ਠੀਕ ਹੈ ਜੀ। ਇਹਨਾਂ ਨੂੰ ਆਪਾਂ ਇੱਕ ਟੇਬਲ ਦੀ ਫਾਰਮ ਦੇ ਵਿੱਚ ਲਿਖ ਲੈਣਾ ਤੇ ਇਹਨਾਂ ਦੀਆਂ ਵੈਲਿਊਜ਼ ਆ ਜਿਹੜੀਆਂ ਮਾਰਕ ਕਰ ਲੈਣੀਆਂ। ਦੇਖੋ ਕਿਵੇਂ ਆਪਾਂ ਇਹਨੂੰ ਕਰਦੇ ਹਾਂ ਬੇਟੇ। ਹੁਣ ਜਿਹੜੀ ਆਪਾਂ ਟ੍ਰਿਕ ਹੈ ਇਹਨੂੰ ਲਿਖਦੇ ਹਾਂ, ਪਹਿਲਾਂ ਟ੍ਰਿਕ ਲਿਖਦੇ ਹਾਂ, ਠੀਕ ਹੈ ਜੀ। ਕੀ ਲਿਖਣਾ ਹੈ ਬੇਟੇ, ਬੀ रॉय, बी रॉय, ठीक है जी। बी रॉय, ग्रेट ब्रिटेन, ग्रेट ब्रिटेन,
ਵੈਰੀ ਗੁੱਡ ਵਾਈਫ। ਵੀਰਿੰਗ, ਵੀਰਿੰਗ ਸ਼ਬਦ ਦਾ ਕੋਈ ਮਤਲਬ ਨਹੀਂ ਇੱਥੇ, ਠੀਕ ਹੈ ਜੀ। ਗੋਲਡ ਸਿਲਵਰ ਔਰਨਾਮੈਂਟਸ, ਚਲੋ ਆਪਾਂ ਇਹਦੀ ਵੈਲਿਊ ਆਪਾਂ ਲਿਖਦੇ ਹਾਂ, ਇੱਕ ਵਾਰੀ ਇਹਨਾਂ ਯਾਦ ਰੱਖੋ। ਇਹਨਾਂ ਦੇ ਆਪਾਂ ਕਲਰਸ ਦੇ ਨੇਮ ਲਿਖ ਲੈਣੇ। ਦੇਖੋ ਬੇਟੇ ਇਹਦੇ ਵਿੱਚ ਜਿਹੜੀ ਪ੍ਰੋਬਲਮ ਹੈ ਉਹ 3 B ਆਏ ਆ, ਇੱਕ ਆ B ਆਇਆ, ਇੱਕ ਆ B ਆਇਆ, ਇੱਕ ਇਹ B ਆਇਆ। ਆਪਾਂ ਇਹਨੂੰ ਯਾਦ ਕਿਵੇਂ ਰੱਖਣਾ ਹੈ? ਅਸੀਂ ਯਾਦ ਰੱਖਣਾ ਵੀ ਅਸੀਂ B ਦੇ ਵਿੱਚ ਕਿੱਧਰੋਂ ਮੂਵ ਕਰਨਾ ਹੈ, ਡਾਰਕ ਟੂ ਲਾਈਟ। ਕਿੱਧਰ ਮੂਵ ਕਰਨਾ ਹੈ? ਡਾਰਕ ਟੂ ਲਾਈਟ। ਦੇਖੋ ਬੇਟੇ ਸਭ ਤੋਂ ਪਹਿਲਾਂ ਕਿਹੜਾ ਕਲਰ ਆਏਗਾ? ਡਾਰਕ ਕਿਹੜਾ ਹੁੰਦਾ? ਬਲੈਕ, ਠੀਕ ਹੈ ਜੀ। ਫਿਰ ਕਿਹੜਾ ਆਊਗਾ? ਬਰਾਊਨ, ਠੀਕ ਹੈ ਜੀ। ਤੇ ਇੱਥੇ ਆਪਣੇ ਕੋਲ ਕੀ ਆਊਗਾ? ਬਲੂ। ਸਭ ਤੋਂ ਜ਼ਿਆਦਾ ਡਾਰਕ ਕੀ ਹੈ? ਬਲੈਕ, ਫਿਰ ਘੱਟ ਡਾਰਕ ਕੀ ਹੈ? ਬਰਾਊਨ, ਫਿਰ ਕਿਹੜਾ ਆਪਣੇ ਕੋਲ? ਬਲੂ। ਆਰ ਤੇ ਆਪਣੇ ਕੋਲ ਕੀ ਹੈ ਬੇਟੇ? ਰੈੱਡ। ਉਹ ਤੇ ਆਪਣੇ ਕੋਲ ਕੀ ਹੈ? ਔਰੇਂਜ। ਵਾਈ ਤੇ ਆਪਣੇ ਕੋਲ ਕੀ ਹੈ? ਯੈਲੋ। ਜੀ ਤੇ ਆਪਣੇ ਕੋਲ ਕੀ ਹੈ ਬੇਟੇ? ਗ੍ਰੀਨ। ਵੀ ਤੇ ਆਪਣੇ ਕੋਲ ਕੀ ਹੈ? ਵਾਇਲਟ, ਠੀਕ ਹੈ ਜੀ। ਇਸ ਤਰ੍ਹਾਂ ਨਾਲ ਜਿਹੜੀ ਆਪਣੇ ਕੋਲ ਕੀ ਹੈ ਆਪਾਂ ਵੈਲਿਊ ਹੈ ਜਿਹੜੀ ਉਹ ਲਿਖ ਲੈਣੀ ਹੈ, ਠੀਕ ਹੈ ਜੀ। ਗ੍ਰੇ ਤੇ ਵਾਈਟ। ਇਹ 2G ਆ ਗਏ। 2G ਦੇ ਵਿੱਚ ਵੀ ਆਪਾਂ ਉਹ ਸੇਮ ਪੈਟਰਨ ਫੋਲੋ ਕਰੋ, ਡਾਰਕ ਟੂ ਲਾਈਟ। ਪਹਿਲਾਂ ਗ੍ਰੀਨ ਆ ਗਿਆ, ਫਿਰ ਗ੍ਰੇ ਆ ਗਿਆ, ਠੀਕ ਹੈ ਜੀ। ਇਸ ਤਰ੍ਹਾਂ ਨਾਲ ਵੈਲਿਊ ਲਿਖ ਲੈਣੀ ਹੈ। ਉਸ ਤੋਂ ਬਾਅਦ ਵੈਲਿਊਜ਼ ਲਿਖਣ ਤੋਂ ਬਾਅਦ ਇਹਦੇ ਵਿੱਚ ਕੀ ਹੁੰਦਾ ਬੇਟੇ? ਬੇਸਿਕਲੀ ਇੱਕ ਫਸਟ ਡਿਜਿਟ R1, ਇੱਕ ਰਿੰਗ R1 ਸੀ, ਇੱਕ R2 ਸੀ, ਇੱਕ R3 ਸੀ। 3 ਰਿੰਗ ਸੀ ਨਾ ਆਪਣੇ ਕੋਲੇ। ਇਹਦਾ ਮਤਲਬ R1 ਫਸਟ ਡਿਜਿਟ ਨੂੰ ਰਿਪਰਜੈਂਟ ਕਰੂਗੀ, R1 ਫਸਟ ਸਿਗਨੀਫਿਕੈਂਟ ਡਿਜਿਟ, ਠੀਕ ਹੈ ਜੀ। R2 ਸੈਕਿੰਡ ਸਿਗਨੀਫਿਕੈਂਟ ਡਿਜਿਟ, R3 ਮਲਟੀਪਲਾਇਰ ਆਫ 10, ਮਲਟੀਪਲਾਇਰ ਆਫ 10। ਫੋਰਥ ਰਿੰਗ ਹੈ ਜਿਹੜੀ ਆਪਣੇ ਕੋਲੇ ਉਹ ਆਪਣੇ ਕੋਲ ਦੱਸੂਗੀ ਟੋਲਰੈਂਸ, ਠੀਕ ਹੈ ਜੀ। ਇਸ ਕਰਕੇ ਅਸੀਂ ਕੀ ਕਰਨਾ ਵੀ ਉਹਦੀ ਵੈਲਿਊ ਕਿੰਨੀ ਹੋਊਗੀ, ਅਸੀਂ ਇੱਕ ਨੰਬਰ ਲਿਖ ਲੈਣੇ ਇੱਥੋਂ 0 ਤੋਂ ਸਟਾਰਟ ਕਰਨਾ ਬੇਟੇ। 1 2 3 4 5 6 7 8 ਤੇ 9। ਜੇ 9 ਤੱਕ ਤੁਹਾਡਾ ਇੱਥੇ ਤੱਕ ਆ ਗਿਆ ਇਟ ਮੀਨਸ ਤੁਹਾਡਾ ਠੀਕ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ? 10 ਰੇਜ਼ਡ ਪਾਵਰ ਮਲਟੀਪਲਾਇਰ ਹੈ। ਜੇ ਟੇਬਲ 'ਚ ਬਣਾਉਣਾ ਠੀਕ ਹੈ, ਨਹੀਂ ਤਾਂ ਲੋੜ ਹੀ ਨਹੀਂ। ਸਿੱਧਾ ਤੁਸੀਂ ਆਹ ਬਣਾਉਣ ਤੋਂ ਬਾਅਦ ਜਿਹੜੀ ਆਪਣੇ ਕੋਲ ਕੀ ਹੈ ਵੈਲਿਊ ਟੋਲਰੈਂਸ, ਟੋਲਰੈਂਸ ਦੇ ਵਿੱਚ ਆਪਾਂ ਕੀ ਕਿਹਾ ਸੀ? ਵੀਰਿੰਗ ਗੋਲਡ ਸਿਲਵਰ ਔਰਨਾਮੈਂਟ, ਇਹ ਕਿਹਾ ਸੀ ਨਾ ਬੇਟੇ। ਇਹਦਾ ਮਤਲਬ ਟੋਲਰੈਂਸ ਦੇ ਵਿੱਚ ਆਪਾਂ ਲਿਖ ਲੈਣਾ ਗੋਲਡ, ਇੱਕ ਸਿਲਵਰ। ਔਰਨਾਮੈਂਟ ਦਾ ਆਪਾਂ O ਚੱਕ ਲਿਆ, O ਤੋਂ ਆਪਾਂ ਬਣਾ ਲੈਣਾ ਨੋ, ਨੋ ਕਲਰ। ਇਹਦਾ ਮਤਲਬ ਚੌਥੀ ਰਿੰਗ ਆਪਣੇ ਕੋਲ ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ ਜੀ। ਇਸ ਟੇਬਲ ਤੋਂ ਮੰਨ ਲਓ ਆਪਣੇ ਕੋਲ, ਹੁਣ ਆਪਾਂ ਨੂਮੈਰੀਕਲ ਕਰਕੇ ਦੇਖਦੇ ਹਾਂ ਇੱਕ ਛੋਟਾ ਜਿਹਾ। ਮੰਨ ਲਓ ਆਪਣੇ ਕੋਲੇ ਕੀ ਇੱਕ ਕਾਰਬਨ ਰਜਿਸਟਰ ਹੈ, ਉਹਦੇ ਵਿੱਚ ਆਪਣੇ ਕੋਲੇ 3 ਰਿੰਗਸ ਦਿੱਤੀਆਂ ਹੋਈਆਂ। ਮੰਨ ਲਓ ਫਸਟ ਰਿੰਗ ਹੈ ਜਿਹੜੀ ਉਹ ਬਲੈਕ ਹੈ, ਸੈਕਿੰਡ ਰਿੰਗ ਮੰਨ ਲਓ ਰੈੱਡ ਹੈ। ਜਿਹੜੇ ਕਲਰ ਆਪਣੇ ਕੋਲ ਅਵੇਲੇਬਲ ਆਪਾਂ ਸਾਰੇ ਲਾ ਦਿੰਦੇ ਹਾਂ। ਇੱਕ ਬਲੂ ਹੈ, ਠੀਕ ਹੈ ਜੀ। ਤੇ ਫੋਰਥ ਰਿੰਗ ਆਪਣੇ ਕੋਲ ਕੀ ਹੈ? ਗੋਲਡ ਵੀ ਹੋ ਸਕਦੀ ਹੈ ਤੇ ਸਿਲਵਰ ਵੀ ਹੋ ਸਕਦੀ ਹੈ, ਠੀਕ ਹੈ ਜੀ। ਮੰਨ ਲਓ ਆਪਾਂ ਇਹਨੂੰ ਆਪਾਂ ਕਹਿ ਤਾ ਗੋਲਡ। ਫੋਰਥ ਰਿੰਗ ਆਪਣੇ ਕੋਲ ਕਹਿੰਦੀ ਹੈ ਗੋਲਡ ਦੀ ਹੈ, ਠੀਕ ਹੈ ਜੀ। ਤੇ ਆਪਾਂ ਕੀ ਕੈਲਕੂਲੇਟ ਕਰਨਾ? ਕੈਲਕੂਲੇਟ ਦੀ ਵੈਲਿਊ ਆਫ ਦੀ ਰੈਜ਼ਿਸਟੈਂਸ, ਕੈਲਕੂਲੇਟ ਦੀ ਵੈਲਿਊ ਆਫ ਦੀ ਰੈਜ਼ਿਸਟੈਂਸ। ਆ ਰਿੰਗ ਫਸਟ ਹੈ, ਆ ਰਿੰਗ ਸੈਕਿੰਡ ਹੈ, ਆ ਰਿੰਗ ਥਰਡ ਹੈ, ਆ ਰਿੰਗ 4 ਹੈ। ਦੇਖੋ ਬੇਟੇ ਹੁਣੇ ਆਪਾਂ ਦੱਸਿਆ ਸੀ ਰਿੰਗ ਫਸਟ ਕੀ ਦੱਸਦੀ ਹੈ ਬੇਟੇ? ਫਸਟ ਸਿਗਨੀਫਿਕੈਂਟ ਫਿਗਰ। ਰਿੰਗ ਸੈਕਿੰਡ ਕੀ ਦੱਸਦੀ ਹੈ ਬੇਟੇ? ਸੈਕਿੰਡ ਸਿਗਨੀਫਿਕੈਂਟ ਫਿਗਰ। ਰਿੰਗ ਥਰਡ ਕੀ ਦੱਸਦੀ ਹੈ ਬੇਟੇ? ਮਲਟੀਪਲਾਇਰ ਆਫ 10, ਮਲਟੀਪਲਾਇਰ ਆਫ 10। ਤੇ ਰਿੰਗ ਫੋਰਥ ਆਪਣੇ ਕੋਲ ਕੀ ਦੱਸਦੀ ਹੈ ਬੇਟੇ? ਟੋਲਰੈਂਸ,
ठीक है जी। टॉलरेंस की वैल्यू अपने को 5%, 10% तो 20%। गोल्ड है तो 5%, सिल्वर है तो 10%, जो कोई कलर नहीं है तो 20%। हुण देखो बेटे, फस्ट रिंग अपने को की है ब्लैक, फस्ट रिंग अपने को की है ब्लैक। चलो ब्लैक की वैल्यू 0 है, 0 आ गया। सैकेंड रिंग अपने को की है रैड, रैड की वैल्यू देखो बेटे कितनी है 2, 2 आ गया मल्टीप्लाई पे। थर्ड रिंग अपने को की ब्लू, ब्लू की वैल्यू अपने को कितनी है बेटे 6, 10⁻6। टॉलरेंस कितनी है बेटे गोल्ड, गोल्ड का मतलब 5%। टॉलरेंस का मतलब जिन्नी रजिस्टेंस की वैल्यू विद स्टैंड कर सकती है, सह सकती है, +5 भी हो सकती है परसेंट तो -5%। कहने का मतलब इहदे विच असीं 5% का मतलब 100 पिछे 5, ठीक है जी। ये वैल्यू प्लस भी हो सकती है तो माइनस, कहने का मतलब जी वैल्यू आऊगी उदों +5 या -5 वैल्यू है जी वो रिप्रजेंट कर सकती है। सो ये अपने को की होगी रजिस्टेंस की जी साढ़े को वैल्यू है वो आ गई, ठीक है जी। उस तरह नाल मान लो अपने को न्यूमेरिकल दिता होया, मान लो आप R1 R2 R3 की वैल्यू इत्थे है नो कलर, फोर्थ रिंग है नहीं, ठीक है जी। मान लो फस्ट रिंग का कलर है येलो, फस्ट रिंग का कलर अपने को की है येलो, सैकेंड कलर अपने को हैगा वायलट, थर्ड रिंग अपने को हैगी है रैड, फोर्थ रिंग अपने को एबसेंट हो। कहता वट विल बी द वैल्यू ऑफ द रजिस्टेंस। देखो बेटे फस्ट कलर की है येलो, येलो की वैल्यू कितनी है बेटे अपने को 4, इसलिए फस्ट सिग्निफिकेंट डिजिट की आ गया 4, ठीक है जी। सैकेंड कलर अपने को की वायलट, वायलट की वैल्यू अपने को कितनी है बेटे 7, 7। थर्ड रिंग की है रैड, रैड की वैल्यू की 2, 10⁻2 प्लस माइनस। ये रिंग अपने को इतने कोई भी नहीं हैगी बेटे, इसलिए कि नो कलर से की तुहानूं दस्सिया सी टॉलरेंस कितनी होगी 20%। इसका मतलब वैल्यू साडे कोल कितनी आ गई, आ वैल्यू होगी। क्लीयर होया कि नहीं होया बेटे, ठीक है जी। ये अपने को इस तरह के न्यूमेरिकल आ सकते, या अपने को इस तो उल्ट भी आ सकता भी कोई वैल्यू दी होवे ते आपां नूं की कहे, आपां नूं कोई वैल्यू दी हुई है तो उस वैल्यू के कोरसपोंडिंगली अपने को कलर कैलकुलेट करने लई कहा जाए, ठीक है जी। देखो मान लो अपने को वैल्यू दी हुई है, मान लो वैल्यू अपने को दी हुई है आपां क्या 28 × 10⁻5 प्लस माइनस 10%। वट विल बी द कलर कॉम्बीनेशन। तो पहला रिंग की रिप्रजेंट करती फस्ट कलर 2 की वैल्यू देखो की है, मतलब फस्ट रिंग का कलर की होगा रैड। सैकेंड अपने को की 8, 8 की वैल्यू की है ग्रे, इसका मतलब दूसरी रिंग अपने को की होगी ग्रे, ठीक है जी। इत्थे अपने को 10⁻5 है, 5 अपने को किंदी वैल्यू ग्रीन की, इसका मतलब थर्ड कलर अपने को रिंग का की होगा ग्रीन, प्लस माइनस 10%, 10% का मतलब सिल्वर, इसका मतलब फोर्थ रिंग अपने को की होगी सिल्वर। ये पॉइंट अपने को क्लीयर होया कि नहीं होया। इस तरह नाल जो उल्ट है वह भी न्यूमेरिकल अपने को आ सकता है। ये पॉइंट क्लीयर होया कि नहीं होया बेटे। इनू आप कहते कलर कोडिंग ऑफ कार्बन, कलर कोडिंग ऑफ कार्बन, ठीक है जी। एक कई बारी अपने को की है एक अनदर टाइप है, ठीक है जी। वो टाइप अपने को की है भी जदों अपने को कोई रजिस्टर है जोड़ा अपने को दिता होया है, उहदे विच रिंग ना दे के बॉडी दे विच एक डॉट दिता होया है, साइड दे विच अपने को की किता होया है कलर दिता होया कोई ना कोई, एक बॉडी का कलर दिता होया, एक डॉट दिता होया है, ठीक है जी। कहने का मतलब एक बॉडी का कलर है, एक एज का कलर है, ठीक है जी। एक कहने विच की है डॉट कलर, 3 दिते होण तो वट विल बी दी वैल्यू ऑफ दी रजिस्टेंस, ठीक है जी। टेबल चो ही आप देखना है जिवें मैं लिखिया ही उवें है, बुक दे विच अपने आम तौर पर जो कीवर्ड लिखिया हुंदा बैड, ये विपन सर ने भी टॉपिक मैनू समझाया सीगा, असी मतलब डिस्कस किया सीगा। बैड, बैड दे विच अपने कोल की है जोड़ा फस्ट डिजिट है वो बॉडी तो आऊगा, सैकेंड डिजिट एज तो आऊगा, तो थर्ड डिजिट अपने कोल किहदे तो आऊगा डॉट का कलर है। मान लो आप कहिए भी बॉडी का कलर अपने कोल की है येलो,
ਐਜ ਦਾ ਕਲਰ ਆਪਣੇ ਕੋਲ ਕੀ ਹੈ, ਮੰਨ ਲਓ ਗ੍ਰੀਨ, ਤੇ ਡਾਟ ਦਾ ਕਲਰ ਹੈ ਆਪਣੇ ਕੋਲੇ ਬਲੂ। ਤਾਂ ਕੰਬੀਨੇਸ਼ਨ ਆਪਣੇ ਕੋਲ ਕੀ ਹੋਏਗਾ, ਦੇਖੋ ਬੇਟੇ ਬਾਡੀ ਦਾ ਕਲਰ ਆਪਣੇ ਕੋਲ ਕੀ ਹੈ, ਯੈਲੋ। ਤਾਂ ਯੈਲੋ ਦੀ ਵੈਲਿਊ ਕਿੰਨੀ ਹੈ ਬੇਟੇ, 4। ਠੀਕ ਹੈ ਜੀ, ਬਾਡੀ ਦਾ ਕਲਰ ਆਪਣੇ ਕੋਲ ਕੀ ਹੈ, ਯੈਲੋ, ਤਾਂ ਉਹਦੀ ਵੈਲਿਊ ਆਪਣੇ ਕੋਲ ਕੀ ਹੈ, 4। ਐਜ ਦੀ ਵੈਲਿਊ ਹੈ ਗ੍ਰੀਨ, ਇੱਕ 4 ਹੋ ਗਿਆ ਬੇਟੇ। ਐਜ ਦੀ ਵੈਲਿਊ ਆਪਣੇ ਕੋਲ ਗ੍ਰੀਨ, ਗ੍ਰੀਨ ਦੀ ਵੈਲਿਊ ਹੈ 5। ਠੀਕ ਹੈ ਜੀ, ਤੇ ਡਾਟ ਦੀ ਵੈਲਿਊ ਆਪਣੇ ਕੋਲ ਕੀ ਹੈ, ਬਲੂ, ਬਲੂ ਦੀ ਵੈਲਿਊ ਹੈ 6। ਤਾਂ ਆਪਣੇ ਕੋਲ ਕਿੰਨਾ ਆ ਗਿਆ, 4 5 × 10⁻⁶। ਸੋ ਰਜਿਸਟੈਂਸ ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ, ਇਹ ਆਪਣੇ ਕੋਲ ਵੈਲਿਊ ਹੈ ਜਿਹੜੀ ਉਹ ਆ ਗਈ 4 5 × 10⁻⁶। ਇਹ ਜਿਹੜਾ ਵਰਡ ਹੈ ਯਾਦ ਰੱਖਣਾ, ਬੈੱਡ, ਬਾਡੀ, ਐਜ ਤੇ ਡਾਟ। ਠੀਕ ਹੈ ਜੀ, ਕਲੀਅਰ ਹੈ ਜੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਕਲਰ ਕੋਡਿੰਗ ਆਫ ਦੀ ਕਾਰਬਨ, ਰਜਿਸਟਰ ਤੇ ਰਜਿਸਟੈਂਸਿਸ ਦੇ ਵਿੱਚ, ਰਜਿਸਟਿਵਿਟੀ ਦੇ ਵਿੱਚ ਜਿਹੜਾ ਅਲੋਏ ਦਾ ਟੌਪਿਕ ਕੀਤਾ ਉਹ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਠੀਕ ਹੈ ਜੀ, ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਸੋ ਦੈਟ ਇਟ ਕੈਨ ਰੀਚ ਟੂ ਦੀ ਮੈਕਸਿਮਮ ਸਟੂਡੈਂਟਸ ਵਿਚ ਕੈਨ ਬੀ ਬੈਨੀਫਿਟਡ ਫਰੋਮ ਇਟ। ਠੀਕ ਹੈ ਜੀ, ਵੱਧ ਤੋਂ ਵੱਧ ਬੱਚਿਆਂ ਤੱਕ ਜਿਹੜਾ ਇਹਨੂੰ ਪਹੁੰਚਾਓ, ਇਹਨੂੰ ਵੱਧ ਤੋਂ ਵੱਧ ਦੇਖੋ, ਇਹਦਾ ਬੈਨੀਫਿਟ ਲਓ। ਥੈਂਕਸ ਐਂਡ ਹੈਵ ਏ ਨਾਈਸ ਡੇ।